ਹੈਲੋ एवरीवन ਵੈਲਕਮ ਬੈਕ ਟੂ ਯਰ ਔਨ ਚੈਨਲ ਸਾਇੰਟੀਆ। ਜਿਵੇਂ ਕਿ ਤੁਸੀਂ ਜਾਣਦੇ ਹੋ ਆਪਾਂ ਆਪਣੇ ਚੈਨਲ ਤੇ ਸਾਇੰਸ ਦੀ ਪ੍ਰਿਪਰੇਸ਼ਨ ਕਰ ਰਹੇ ਹਾਂ ਕੰਪੀਟੀਟਿਵ ਐਗਜ਼ਾਮਸ ਦੇ ਲਈ। ਤੁਹਾਨੂੰ ਪਤਾ ਹੀ ਹੈ ਆਪਾਂ ਫਿਜ਼ਿਕਸ ਦੀ ਸੀਰੀਜ਼ ਸਟਾਰਟ ਕੀਤੀ ਹੋਈ ਹੈ ਜੋ ਤੁਹਾਡੇ ਮਾਸਟਰ ਕੈਡਰ ਐਗਜ਼ਾਮ ਦੇ ਲਈ ਬਹੁਤ ਜ਼ਿਆਦਾ ਇੰਪੋਰਟੈਂਟ ਹੈ। ਅਗਰ ਤੁਸੀਂ ਚੈਨਲ ਤੇ ਨਿਊ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਬੈਲ ਆਈਕਨ ਨੂੰ ਪ੍ਰੈਸ ਕਰ ਲਓ ਸੋ ਦੈਟ ਤੁਹਾਨੂੰ ਡੇਲੀ ਦੀ ਅਪਡੇਟ ਮਿਲਦੀ ਰਹੇ। ਆਪਾਂ ਇਲੈਕਟ੍ਰੋਨਿਕਸ ਸਟਾਰਟ ਕੀਤੀ ਹੋਈ ਹੈ ਫਿਜ਼ਿਕਸ ਦੀ, ਜਿਸ ਦਾ ਆਪਾਂ ਫਸਟ ਪਾਰਟ ਆਈ ਥਿੰਕ ਕੰਪਲੀਟ ਕਰ ਚੁੱਕੇ ਹਾਂ, ਜਿਸ ਦੇ ਵਿੱਚ ਆਪਾਂ ਸੈਮੀਕੰਡਕਟਰਸ ਬਾਰੇ ਗੱਲ ਕੀਤੀ ਸੀ। ਅੱਜ ਆਪਾਂ ਨੈਕਸਟ ਟੌਪਿਕ ਕਰਨ ਵਾਲੇ ਹਾਂ। ਅੱਜ ਦਾ ਜੋ ਆਪਣਾ ਟੌਪਿਕ ਹੈ ਉਹ ਹੈ ਟਰਾਂਜ਼ਿਸਟਰ। ਦੇਖੋ ਟਰਾਂਜ਼ਿਸਟਰਸ ਕੀ ਹੁੰਦੇ ਆ। ਟਰਾਂਜ਼ਿਸਟਰਸ ਉਹ ਹੁੰਦੇ ਆ ਜੋ ਰੈਜ਼ਿਸਟਰ ਨੂੰ ਟਰਾਂਸਫਰ ਕਰਨ। ਦੇਖੋ ਟਰਾਂਸ ਦੋ ਵਰਡਸ ਤੋਂ ਮਿਲ ਕੇ ਬਣਿਆ ਟਰਾਂਸ ਤੇ ਰੈਜ਼ਿਸਟਰ। ਅਗਰ ਆਪਾਂ ਗੱਲ ਕਰੀਏ ਜੋ ਟਰਾਂਸਫਰ ਕਰੇ, ਟਰਾਂਸ ਦਾ ਮਤਲਬ ਟਰਾਂਸਫਰ ਕਰੇ ਰੈਜ਼ਿਸਟਰ ਨੂੰ, ਉਸ ਨੂੰ ਆਪਾਂ ਟਰਾਂਜ਼ਿਸਟਰ ਬੋਲ ਦਿੰਦੇ ਹਾਂ। ਅਗਰ ਆਪਾਂ ਗੱਲ ਕਰੀਏ ਇਸ ਦੇ ਵਿੱਚ ਜਿਹੜਾ ਕਰੰਟ ਫਲੋ ਕਰਦਾ, ਕਰੰਟ ਫਲੋ ਕਰੇਗਾ ਟਰਾਂਜ਼ਿਸਟਰ ਦੇ ਵਿੱਚ, ਉਹ ਹਮੇਸ਼ਾ ਹਾਈ ਟੂ ਲੋ ਰੈਜ਼ਿਸਟੈਂਸ ਦੇ ਵਿੱਚ ਫਲੋ ਕਰੇਗਾ। ਹਾਈ ਟੂ ਲੋ ਰੈਜ਼ਿਸਟੈਂਸ ਦੇ ਵਿੱਚ ਕੀ ਕਰੇਗਾ, ਫਲੋ ਕਰੇਗਾ। ਦੇਖੋ ਇਸ ਦੇ ਵਿੱਚ ਇੱਕ BJT ਹੁੰਦੀ ਹੈ, ਮੀਨਸ ਬਾਈਪੋਲਰ ਜੰਕਸ਼ਨ ਟਰਾਂਜ਼ਿਸਟਰ ਵੀ ਹੁੰਦਾ। ਇੱਕ ਟਾਈਪ ਹੈ ਕਿਸ ਦੀ, ਟਰਾਂਜ਼ਿਸਟਰ ਦੀ, ਜਿਹਦੇ ਵਿੱਚ ਅਗਰ ਮੈਂ ਗੱਲ ਕਰਾਂ, ਮੈਂ ਇੱਧਰ ਸਮਝਾ ਦਿੰਦੀ ਹਾਂ ਤੁਹਾਨੂੰ। BJT ਇਹ ਇੱਕ ਟਾਈਪ ਹੈ ਟਰਾਂਜ਼ਿਸਟਰ ਦੀ, ਜਿਸ ਦੇ ਵਿੱਚ ਅਗਰ ਮੈਂ ਗੱਲ ਕਰਾਂ ਇਹ ਬਾਈਪੋਲਰ ਜੰਕਸ਼ਨ ਹੁੰਦਾ ਟਰਾਂਜ਼ਿਸਟਰ ਦਾ, ਜਿਹਦੇ ਵਿੱਚ ਮੂਵਮੈਂਟ ਹੁੰਦੀ ਹੈ ਬੋਥ ਦੀ। ਮੀਨਸ ਮੈਜੋਰਿਟੀ 'ਚ ਜੋ ਪਾਰਟੀਕਲਸ ਪ੍ਰੈਜ਼ੈਂਟ ਨੇ, ਮੀਨਸ ਮੈਜੋਰਿਟੀ ਕੈਰੀਅਰਸ ਦੀ ਤੇ ਮੈਨਿਓਰਿਟੀ ਕੈਰੀਅਰਸ ਦੀ। ਮੈਜੋਰਿਟੀ ਮਤਲਬ ਜੋ ਜ਼ਿਆਦਾ ਪ੍ਰੈਜ਼ੈਂਟ ਹੈ, ਮੈਨਿਓਰਿਟੀ ਜੋ ਘੱਟ ਪ੍ਰੈਜ਼ੈਂਟ ਹੈ। ਦੋਨਾਂ ਦੀ ਕੀ ਹੋਊਗੀ, ਟਰਾਂਸਫਰ ਹੋਊਗੀ, ਮਤਲਬ ਮੂਵਮੈਂਟ ਹੋਊਗੀ। ਇਹਨਾਂ ਨੂੰ ਆਪਾਂ ਕੀ ਕਹਿ ਦਿੰਦੇ ਹਾਂ, BJT ਬਾਈਪੋਲਰ ਜੰਕਸ਼ਨ ਟਰਾਂਜ਼ਿਸਟਰ। ਕਲੀਅਰ। ਨੈਕਸਟ ਅਗਰ ਮੈਂ ਗੱਲ ਕਰਾਂ, ਇਹ ਵੀ ਦੋ ਟਾਈਪਸ ਦਾ ਹੁੰਦਾ ਅੱਗੇ, PNP ਤੇ NPN। ਦੋ ਤਰ੍ਹਾਂ ਦਾ ਹੁੰਦਾ। ਦੇਖੋ PNP ਪੜ੍ਹਦੇ ਹਾਂ, P ਦਾ ਮਤਲਬ ਕੀ ਹੈ, ਪੋਜ਼ਿਟਿਵ ਚਾਰਜ, N ਦਾ ਮਤਲਬ ਨੈਗੇਟਿਵ, P ਦਾ ਮਤਲਬ ਫਿਰ ਪੋਜ਼ਿਟਿਵ। ਅਗਰ ਮੈਂ ਇਹਨੂੰ ਐਕਸਪਲੇਨ ਕਰਾਂ, ਦੇਖੋ ਇਸ ਸਾਈਡ ਕਰ ਦਿੰਦੀ ਹਾਂ PNP ਦਾ। ਦੇਖੋ ਇਸ ਦਾ ਮਤਲਬ ਕੀ ਹੈ ਕਿ ਸਾਈਡ ਤੇ ਦੋ ਕੀ ਨੇ, P ਵਾਲੇ, ਸੈਂਟਰ ਦੇ ਵਿੱਚ ਕੀ ਹੈ, N ਵਾਲਾ। ਅਗਰ ਆਪਾਂ ਗੱਲ ਕਰੀਏ ਇਹਦੇ ਵਿੱਚ ਕੀ ਹੋਣਗੇ, P ਜ਼ਿਆਦਾ ਨੇ ਨਾ, ਪੋਜ਼ਿਟਿਵ ਦੇ ਵਿੱਚ ਕੀ ਜ਼ਿਆਦਾ ਹੁੰਦੇ ਸੀ, ਹੋਲਸ। ਮਤਲਬ ਇਹਦੇ ਵਿੱਚ ਹੋਲਸ ਕੀ ਨੇ, ਮੈਜੋਰਿਟੀ 'ਚ ਪ੍ਰੈਜ਼ੈਂਟ ਨੇ। ਇਸ ਦੇ ਵਿੱਚ ਕਿਵੇਂ ਇਹਨਾਂ ਦੀ ਸਟਰਕਚਰ ਬਣੂਗੀ, ਦੇਖੋ ਸੈਂਟਰ ਦੇ ਵਿੱਚ ਕੀ ਹੈ, N, ਅਰਾਊਂਡ ਕੀ ਲੱਗੇ ਹੋਏ ਨੇ, P ਵਾਲੇ, ਮੀਨਸ ਜਿਨ੍ਹਾਂ 'ਚ ਹੋਲ ਪ੍ਰੈਜ਼ੈਂਟ ਹੈ। ਫਸਟ ਵਾਲੇ ਨੂੰ ਕਿਹਦੇ ਨਾਲ ਕਨੈਕਟ ਕੀਤਾ ਜਾਂਦਾ, ਅਮੀਟਰ ਦੇ ਨਾਲ, E। ਨੈਕਸਟ ਇਹਨਾਂ ਨੂੰ ਕਿਹਦੇ ਨਾਲ ਕਨੈਕਟ ਕੀਤਾ ਜਾਂਦਾ, ਕਲੈਕਟਰ ਦੇ ਨਾਲ, ਦੂਸਰੇ P ਨੂੰ। ਸੈਂਟਰ ਦੇ ਵਿੱਚ ਪ੍ਰੈਜ਼ੈਂਟ ਹੁੰਦਾ ਬੇਸ। ਇਹਨਾਂ ਦੀ ਡਿਟੇਲ 'ਚ ਅੱਗੇ ਗੱਲ ਕਰਾਂਗੇ ਕਿ ਇਹਦੇ ਵਿੱਚ ਕਿਵੇਂ ਪਾਰਟੀਕਲਸ ਪ੍ਰੈਜ਼ੈਂਟ ਹੁੰਦੇ ਆ। ਸੈਕਿੰਡ, ਇਹਦੀ ਇਸ ਤੋਂ ਇਲਾਵਾ ਸਟਰਕਚਰ ਕਿੱਦਾਂ ਬਣ ਸਕਦੀ ਹੈ, ਇਸ ਤਰ੍ਹਾਂ ਇੱਕ ਸਰਕਲ ਦੇ ਵਿੱਚ ਕੀ ਹੈ ਇਸ ਦੀ ਸਟਰਕਚਰ ਬਣ ਸਕਦੀ ਹੈ ਕਿ ਇੱਥੇ ਕੀ ਹੈ, ਚਾਰਜ ਪਾਰਟੀਕਲ ਜਾਣਗੇ, ਅਮੀਟਰ ਤੋਂ P ਹੋਲਸ ਆਏ, ਕਿੱਥੇ ਤੱਕ ਜਾਣਗੇ, ਕਲੈਕਟਰ ਤੱਕ ਜਾਣਗੇ। ਨੀਚੇ ਕੀ ਲੱਗਿਆ ਹੁੰਦਾ, ਇਹਨਾਂ ਦੇ ਬੇਸ ਲੱਗਿਆ ਹੁੰਦਾ। ਕਲੀਅਰ ਹੈ ਜੀ। ਇਸ ਵੇ ਦੇ ਨਾਲ ਕੀ ਹੈ, ਇਹਨਾਂ ਦੀ ਸਟਰਕਚਰ ਹੈ। ਸਿਮਿਲਰਲੀ ਕਿਸ ਦੀ ਹੁੰਦੀ ਹੈ, NPN ਦੀ। ਆਪਾਂ ਦੇਖ ਲੈਂਦੇ ਹਾਂ NPN ਦੀ ਸਟਰਕਚਰ, ਦੇਖ ਲੈਂਦੇ ਹਾਂ ਜਸਟ ਅ ਸੈਕਿੰਡ। ਹਾਂਜੀ, NPN ਦੀ ਦੇਖਦੇ ਹਾਂ, ਇੱਥੇ ਬਣਾਈ ਹੋਏਗੀ ਆ ਰਹੀ ਤੁਹਾਡੇ ਕੋਲ NPN ਦੀ। NPN ਦੇ ਵਿੱਚ ਸਾਈਡਸ ਤੇ N ਹੋਣਗੇ, ਮੀਨਸ ਅਮੀਟਰ ਵੀ N ਵਾਲਾ ਪੋਲ ਹੋਏਗਾ ਤੇ ਕਲੈਕਟਰ ਵੀ N। ਸੈਂਟਰ ਦੇ ਵਿੱਚ ਆਪਣੇ ਕੋਲ ਕੀ ਪ੍ਰੈਜ਼ੈਂਟ ਹੋਏਗਾ, P, ਜਿਸ ਦੇ ਵਿੱਚ ਹੋਲ ਹੁੰਦੇ ਆ। ਤਾਂ ਇਸ ਦੇ ਵਿੱਚ NPN ਦੇ ਵਿੱਚ ਇਲੈਕਟ੍ਰੋਨਸ ਕੀ ਹੋਣਗੇ, ਮੈਜੋਰਿਟੀ ਦੇ ਵਿੱਚ ਕੀ ਹੋਣਗੇ, ਪ੍ਰੈਜ਼ੈਂਟ ਹੋਣਗੇ। ਨੈਕਸਟ ਇਹਨਾਂ ਦੇ ਵਰਕ ਪੜ੍ਹਦੇ ਹਾਂ। ਐਮੀਟਰ ਦਾ ਕੀ ਕੰਮ ਹੈ, ਕਲੈਕਟਰ ਦਾ ਕੀ ਕੰਮ ਹੈ, ਤੇ ਅਗਰ ਆਪਾਂ ਗੱਲ ਕਰੀਏ ਬੇਸ ਦਾ ਕੀ ਕੰਮ ਹੈ। ਦੇਖੋ ਅਗਰ ਆਪਾਂ ਗੱਲ ਕਰੀਏ ਇਹਨਾਂ ਦੀ, ਤਾਂ ਐਮੀਟਰ ਕੀ ਸਪਲਾਈ ਕਰਦੇ ਆ, ਚਾਰਜ ਕੈਰੀਅਰਸ ਨੂੰ। ਸਭ ਤੋਂ ਪਹਿਲਾਂ ਕੀ ਆ ਜਾਂਦਾ ਸੀ, ਦੇਖੋ ਇੱਦਾਂ ਨਾ, EBC। ਅਮੀਟਰਸ ਕੀ ਕਰਨਗੇ, ਸਪਲਾਈ ਕਰਦੇ ਨੇ ਚਾਰਜ ਕੈਰੀਅਰਸ ਨੂੰ। ਮਤਲਬ ਇਹ ਸਭ ਤੋਂ ਜ਼ਿਆਦਾ ਹੈਵਲੀ ਡੋਪਡ ਹੋਣਗੇ, ਮਤਲਬ ਸਭ ਤੋਂ ਜ਼ਿਆਦਾ ਇਹਦੇ ਵਿੱਚ ਚਾਰਜ ਕੈਰੀਅਰ ਪਾਏ ਜਾਣਗੇ। ਅਗਰ ਤਾਂ PNP ਹੈ ਤਾਂ ਇਸ ਦੇ ਵਿੱਚ ਸਭ ਤੋਂ ਜ਼ਿਆਦਾ ਹੋਲ ਪ੍ਰੈਜ਼ੈਂਟ ਹੋਣਗੇ। ਅਗਰ ਇਹ NPN ਹੈ ਤਾਂ ਇਸ ਦੇ ਵਿੱਚ ਸਭ ਤੋਂ ਜ਼ਿਆਦਾ ਕੀ ਪ੍ਰੈਜ਼ੈਂਟ ਹੋਣਗੇ, ਇਲੈਕਟ੍ਰੋਨ ਪ੍ਰੈਜ਼ੈਂਟ ਹੋਣਗੇ। ਤਾਂ ਇਹ ਡਿਪੈਂਡ ਕਰਦਾ ਕਿਹੜਾ। ਹੁਣ ਹਮੇਸ਼ਾ ਅਗਰ ਆਪਾਂ ਗੱਲ ਕਰੀਏ ਇਹ ਕਿੱਦਾਂ ਚੱਲੇਗਾ, ਫੋਰਵਰਡ ਬਾਇਸਡ। ਅਮੀਟਰ ਕਿੱਦਾਂ ਮੂਵ ਕਰੇਗਾ, ਫੋਰਵਰਡ ਬਾਇਸ ਮੂਵ ਕਰੇਗਾ ਵਿਦ ਰਿਸਪੈਕਟ ਟੂ ਆ ਬੇਸ, ਸੈਂਟਰ ਵਾਲੇ ਬੇਸ ਤੇ। ਕਲੀਅਰ ਹੋਇਆ।
ਨੈਕਸਟ ਆਪਾਂ ਗੱਲ ਕਰਾਂਗੇ ਜੋ ਆਪਣੇ ਕੋਲ ਸੀ ਤੇ ਕਲੈਕਟਰ ਹੈ, ਇਸ ਦਾ ਕੀ ਕੰਮ ਹੈ। ਕਲੈਕਟਰ ਕੀ ਹੈ, ਮੋਡਰੇਟਲੀ ਡੋਪਡ ਹੈ, ਮੀਨਸ ਜ਼ਿਆਦਾ ਨਹੀਂ ਫਿਲ ਹੈ, ਘੱਟ ਫਿਲ ਹੈ, ਨੋਰਮਲ ਜਾਂ ਫਿਲ ਕਹਿ ਸਕਦੇ ਹੋ। ਤੇ ਹਮੇਸ਼ਾ ਲਾਸਟ ਤੇ ਹੈ ਨਾ, ਤਾਂ ਇਹ ਹਮੇਸ਼ਾ ਕੀ ਚੱਲੇਗਾ, ਰਿਵਰਸ ਬਾਇਸ ਚੱਲੇਗਾ। मीन्स जो अमीटर सी वो फॉरवर्ड बाइस चलेगा, जो कलैक्टर है बैकवर्ड चलेगा, मीन्स रिवर्स बाइस चलेगा। नैक्सट आप गल करांगे सेंटर वाले दी बेस की। बेस का की काम है, बेस की एक तो सेंटर रीजन है, सो लाइटली डॉप्ड, ज़्यादा नहीं होंगे क्योंकि ये ब्रीक भी होंगे। जो बेस वाला होएगा ना वो ज़्यादा स्ट्रोंगली नहीं बनया होएगा, वो ब्रीक होएगा। देखो मैं इतने डायग्राम देखो नीचे, तो ਜਿਹੜੇ ਇਲੈਕਟ੍ਰੋਨਸ ਨੇ ਉਹ ਅਮੀਟਰ ਤੋਂ ਕਿੱਧਰ ਜਾਣਗੇ, ਕਲੈਕਟਰ ਕਿਸ ਚੋਂ ਪਾਸ ਹੁੰਦੇ ਹੋਏ, ਬੇਸ ਦੇ ਵਿੱਚੋਂ। ਤਾਂ ਬੇਸ ਦੇ ਵਿੱਚ ਅਗਰ ਆਪਾਂ ਗੱਲ ਕਰੀਏ ਜ਼ਿਆਦਾ ਕੰਬੀਨੇਸ਼ਨ ਨਹੀਂ ਹੁੰਦਾ। ਕਿਉਂ ਨਹੀਂ ਹੁੰਦਾ, ਦੇਖੋ ਮੈਨੇ ਇਦਾਂ ਬਣਾਇਆ ਸੀ। ਸੈਂਟਰ ਦੇ ਵਿੱਚ ਕੀ ਹੈ, ਜੋ ਇਹ ਆਪਣੇ ਕੋਲ ਹੋਣਗੇ, ਮੰਨ ਲਓ ਇਹ PNP ਹੈ, ਤਾਂ ਜੋ ਸੈਂਟਰ ਵਾਲੀ ਹੁੰਦੀ ਹੈ ਨਾ ਇਹ ਚੀਜ਼, ਇਹ ਬਹੁਤ ਜ਼ਿਆਦਾ ਥਿਨ ਹੁੰਦੀ ਹੈ। ਥਿਨ ਹੋਣ ਕਰਕੇ ਜੋ ਇਹਨਾਂ ਦੇ ਵਿੱਚ ਕੀ ਹੈ, ਕੰਬੀਨੇਸ਼ਨ ਘੱਟ ਹੁੰਦਾ। ਇਲੈਕਟ੍ਰੋਨ ਇੱਧਰ ਮੂਵ ਜ਼ਰੂਰ ਕਰਦੇ ਆ, ਅਗਰ NPN ਹੈ ਜਾਂ PNP ਹੈ ਤਾਂ ਹੋਲਸ ਮੂਵ ਜ਼ਰੂਰ ਕਰਦੇ ਆ, ਬਟ N ਦੇ ਵਿੱਚ ਜ਼ਿਆਦਾ ਕੰਬੀਨੇਸ਼ਨ ਨਹੀਂ ਹੋ ਪਾਉਂਦਾ ਕਿਉਂਕਿ ਇਹ ਕੀ ਨੇ, ਥਿਨ ਹੈ, ਪਤਲੀ ਹੈ, ਬੇਸ ਕੀ ਹੈ, ਪਤਲਾ ਆਪਣਾ। ਕਲੀਅਰ। ਨੈਕਸਟ ਆਪਾਂ ਗੱਲ ਕਰਾਂਗੇ ਟਰਾਂਜ਼ਿਸਟਰ ਵਰਕ ਕਿੱਦਾਂ ਕਰਦੇ ਆ। ਟਰਾਂਜ਼ਿਸਟਰ ਸਭ ਤੋਂ ਪਹਿਲਾਂ ਡਾਇਗਰਾਮ ਸਮਝ ਲੈਂਦੇ ਆ। ਦੇਖੋ ਆਪਾਂ ਨੇ PNP ਬਣਾਈ ਹੈ, P ਦੇ ਵਿੱਚ ਹੋਲਸ ਪ੍ਰੈਜ਼ੈਂਟ ਹੈ, N ਦੇ ਵਿੱਚ ਇਲੈਕਟ੍ਰੋਨ, ਦੇ P ਦੇ ਵਿੱਚ ਫਿਰ ਹੋਲਸ ਪ੍ਰੈਜ਼ੈਂਟ ਹੈ। ਇਹਨਾਂ ਨੂੰ ਕੀ ਕੀਤਾ ਹੋਇਆ, ਇੱਕ ਆਪਾਂ ਨੇ ਬੈਟਰੀ ਦੇ ਨਾਲ ਕੀ ਹੈ ਕਨੈਕਟ ਕੀਤਾ ਹੋਇਆ, ਇੱਧਰ ਸੈੱਲ ਹੈ। ਦੇਖੋ ਇੱਧਰ ਕੀ ਹੈ, ਅਗਰ ਆਪਾਂ ਦੇਖੀਏ ਪੋਜ਼ਿਟਿਵਲੀ ਚਾਰਜ ਹੈ ਅਮੀਟਰ ਦੇ ਨਾਲ ਕਨੈਕਟ, ਤੇ ਕਲੈਕਟਰ ਦੇ ਨਾਲ ਨੈਗੇਟਿਵਲੀ ਚਾਰਜ ਕੀ ਹੈ ਕਲੈਕਟ ਕੀਤਾ ਹੋਇਆ। ਅਮੀਟਰ ਬੇਸ ਜੰਕਸ਼ਨ ਫॉरवर्ड ਬਾਇਸ ਹੈ, ਦੇਖੋ ਲਿਖਿਆ ਵੀ ਹੋਇਆ। ਕਲੈਕਟਰ ਬੇਸ ਕੀ ਹੈ, ਰਿਵਰਸ ਬਾਇਸ ਹੈ। ਹੋਲਸ ਕਿਸ 'ਚ ਸਭ ਤੋਂ ਜ਼ਿਆਦਾ ਪ੍ਰੈਜ਼ੈਂਟ ਨੇ, ਦੇਖੋ ਅਗਰ ਮੈਂ ਤੁਹਾਨੂੰ ਇਹ ਵੈਸੇ ਸਮਝਾ ਦਿੰਦੀ ਹਾਂ ਇੱਕ ਵਾਰ, ਇਹਦੀ ਅਗਰ ਆਪਾਂ ਗੱਲ ਕਰੀਏ ਇਸ ਤਰ੍ਹਾਂ ਹੈ ਨਾ, P ਦੇ ਵਿੱਚ ਹੋਲਸ ਜ਼ਿਆਦਾ ਪ੍ਰੈਜ਼ੈਂਟ ਹੈ, N ਦੇ ਵਿੱਚ ਇਲੈਕਟ੍ਰੋਨ ਜ਼ਿਆਦਾ ਪ੍ਰੈਜ਼ੈਂਟ ਹੈ, ਤੇ P ਦੇ ਵਿੱਚ ਫਿਰ ਹੋਲਸ ਕੀ ਨੇ ਸਭ ਤੋਂ ਜ਼ਿਆਦਾ ਪ੍ਰੈਜ਼ੈਂਟ ਹੈ। ਇਹਨਾਂ ਨੂੰ ਫਿਰ ਕੀ ਹੈ, ਫॉरवर्ड ਬਾਇਸ ਹੈ ਤਾਂ ਪੋਜ਼ਿਟਿਵ ਨਾਲ ਜੋੜਿਆ ਹੋਇਆ। ਦੈਨ ਕਲੈਕਟਰ ਕੀ ਆਪਣੇ ਕੋਲ ਨੈਗੇਟਿਵ ਬਾਇਸ ਹੈ ਤਾਂ ਇਸ ਨੂੰ ਕਿਹਦੇ ਨਾਲ ਜੋੜਿਆ ਹੋਇਆ, ਰਿਵਰਸ ਬਾਇਸ ਹੈ ਤਾਂ ਨੈਗੇਟਿਵ ਨਾਲ ਜੋੜਿਆ ਹੋਇਆ। ਕਲੀਅਰ। ਇਹ ਆਪਣੇ ਕੋਲ ਸੈਂਟਰ ਦੇ ਵਿੱਚ ਜੋ ਆਪਣੇ ਕੋਲ ਕੀ ਹੋ ਰਿਹਾ, ਅਮੀਟਰ ਬੇਸ ਹੈ। ਠੀਕ ਹੈ ਜੀ। ਹੁਣ ਇਸ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹਾਂ। ਦੇਖੋ ਜੋ ਆਪਣੇ ਕੋਲ ਕੀ ਹੈ, ਹੋਲਸ ਕਿਸ 'ਚ ਜ਼ਿਆਦਾ ਪ੍ਰੈਜ਼ੈਂਟ ਹੋਣਗੇ, PNP ਹੈ ਤਾਂ ਆਪਣੇ ਕੋਲ ਪਤਾ P ਦੇ ਵਿੱਚ ਹੋਲਸ ਜ਼ਿਆਦਾ ਪ੍ਰੈਜ਼ੈਂਟ ਹੋਣਗੇ, ਇਲੈਕਟ੍ਰੋਨ ਬੇਸ ਦੇ ਵਿੱਚ ਹੋਣਗੇ। ਦੇਖੋ ਹੁਣ ਇਹ ਪੋਜ਼ਿਟਿਵ ਚਾਰਜ ਹੈ, ਇਹ ਨੈਗੇਟਿਵ ਚਾਰਜ ਹੈ। ਜਦੋਂ ਓਪੋਜ਼ਿਟ ਚਾਰਜ ਹੋ ਜਾਣ ਤਾਂ ਇਹਨਾਂ ਦੇ ਵਿੱਚ ਕੀ ਹੋ ਜਾਂਦੀ ਹੈ, ਤਾਂ ਇਹਨਾਂ ਦੇ ਵਿੱਚ ਕੀ ਹੋ ਜੂਗੀ, ਇੱਕ ਤਾਂ ਦੇਖੋ ਜਦੋਂ ਸੇਮ ਚਾਰਜ ਹੋ ਜਾਣ ਤਾਂ ਰਿਪਲਸ਼ਨ ਕਰਦੇ ਆ। ਜਦੋਂ ਅਗਰ ਆਪਾਂ ਗੱਲ ਕਰੀਏ ਓਪੋਜ਼ਿਟ ਚਾਰਜ ਹੋਣ ਤਾਂ ਅਟਰੈਕਸ਼ਨ ਹੋ ਜੂਗੀ। ਹੋਲਸ ਅਮੀਟਰ ਦੇ ਵਿੱਚ ਪ੍ਰੈਜ਼ੈਂਟ ਹੈ, ਇਲੈਕਟ੍ਰੋਨ ਬੇਸ ਦੇ ਵਿੱਚ, ਤਾਂ ਇਹ ਸਾਰੇ ਦੇ ਸਾਰੇ ਦੋਨੋਂ ਜਦੋਂ ਕੰਬੀਨੇਸ਼ਨ ਹੋਣਗੇ ਇਹ ਰਿਪੈਲ ਕਰਨਗੇ ਕਿਹਦੇ ਤਰਫ, ਈਬੇ ਅਮੀਟਰ ਬੇਸ ਦੀ ਤਰਫ, EB ਦੁਆਰਾ, ਜੰਕਸ਼ਨ ਦੇ ਦੁਆਰਾ। ਤਾਂ ਇੱਥੇ ਕੀ ਪ੍ਰੋਡਿਊਸ ਹੋਗੀ, ਆਪਣੀ ਫॉरवर्ड ਵੋਲਟੇਜ ਪ੍ਰੋਡਿਊਸ ਹੋਏਗੀ। ਫॉरवर्ड ਵੋਲਟੇਜ ਕੀ ਹੋ ਜੂਗੀ, ਪ੍ਰੋਡਿਊਸ ਹੋ ਜੂਗੀ। ਕਲੀਅਰ ਹੈ। ਦੇਖੋ ਬੇਸ ਕੀ ਹੈ, ਆਪਣੇ ਕੋਲ ਬੇਸ ਇੰਨਾ ਥਿਨ ਹੁੰਦਾ ਹੈ ਕਿ ਸਿਰਫ 2 to 5% ਕੀ ਹੁੰਦੀ ਹੈ, ਕੰਬੀਨੇਸ਼ਨ ਹੁੰਦੀ ਹੈ, ਜ਼ਿਆਦਾ ਨਹੀਂ ਹੁੰਦੀ। ਤੇ ਜਿਹੜਾ ਰੈਸਟ ਬਚਦੇ ਨੇ ਆਪਣੇ ਕੋਲ, ਹੋਲਸ ਬਚਦੇ ਨੇ 95%, ਉਹ ਕਿੱਧਰ ਚਲੇ ਜਾਣਗੇ, ਫਿਰ ਕਲੈਕਟਰ 'ਚ ਚਲੇ ਜਾਣਗੇ, ਥਰਡ ਦੇ ਵਿੱਚ ਚਲੇ ਜਾਣਗੇ। ਤਾਂ ਜ਼ਿਆਦਾ ਤੋਂ ਜ਼ਿਆਦਾ ਜਿਹੜੀ ਆਪਣੇ ਕੋਲ ਕੰਬੀਨੇਸ਼ਨ ਹੋਏਗਾ ਉਹ ਕਲੈਕਟਰ ਰੀਜਨ ਦੇ ਵਿੱਚ ਹੋਏਗਾ। ਕਲੈਕਟਰ ਰੀਜਨ ਦੇ ਵਿੱਚ ਸਭ ਤੋਂ ਜ਼ਿਆਦਾ ਕੀ ਹੋਏਗਾ, ਕੰਬੀਨੇਸ਼ਨ ਹੋਏਗਾ, ਮੈਕਸਿਮਮ ਕੰਬੀਨੇਸ਼ਨ ਹੋਏਗਾ। ਕਲੀਅਰ। ਤਾਂ ਜਿਹੜੇ ਇਲੈਕਟ੍ਰੋਨ ਹੋਲਸ ਨੇ ਉਹ ਕੰਬਾਈਨ ਹੋ ਜਾਣਗੇ ਫਰੋਮ ਨੈਗੇਟਿਵ ਟਰਮੀਨਲ, ਕਿਉਂਕਿ ਬੈਟਰੀ ਦਾ ਕਲੈਕਟਰ ਵੱਲ ਕੀ ਹੁੰਦਾ, ਨੈਗੇਟਿਵ ਟਰਮੀਨਲਸ ਹੁੰਦਾ। ਤਾਂ ਇੱਥੇ ਜਾ ਕੇ ਕੀ ਹੋ ਜਾਂਦਾ, ਕੋਵਲੈਂਟ ਬੌਂਡ ਕੀ ਹੋ ਜਾਊਗਾ, ਬ੍ਰੇਕ ਹੋ ਜਾਊਗਾ, ਜਿਹਦੇ ਨਾਲ ਇਲੈਕਟ੍ਰੋਨ ਮੂਵ ਕਰਨਗੇ, ਇਲੈਕਟ੍ਰੋਨ ਪੋਜ਼ਿਟਿਵ ਟਰਮੀਨਲ ਤੱਕ ਮੂਵ ਕਰਨਗੇ। ਪੋਜ਼ਿਟਿਵ ਟਰਮੀਨਲ ਕਿਉਂ, ਕਿਉਂਕਿ ਓਪੋਜ਼ਿਟ ਚਾਰਜ ਹੈ ਤਾਂ ਹੀ ਉਹ ਅਟਰੈਕਟ ਹੋਊਗਾ ਨਾ। ਤਾਂ ਇਹ ਪੋਜ਼ਿਟਿਵ ਚਾਰਜ ਵਾਲੇ ਟਰਮੀਨਲ ਬੈਟਰੀ ਤੱਕ ਕੀ ਕਰਨਗੇ, ਮੂਵ ਕਰਨਗੇ। ਤਾਂ ਇਸ ਦਾ ਮਤਲਬ ਜੋ ਹੋਲਸ ਹੈ ਉਹ ਕਿੱਧਰ ਮੂਵ ਕਰਨਗੇ, ਕਲੈਕਟਰ ਵੱਲ ਕੀ ਕਰਨਗੇ, ਮੂਵ ਕਰਨਗੇ। ਆਈ ਹੋਪ ਤੁਹਾਨੂੰ ਸਮਝ ਆਇਆ ਹੋਊਗਾ। ਇੱਥੇ ਮੇਨ ਰੋਲ ਕਿਸ ਦਾ, ਬੈਟਰੀ ਦੇ। ਕਲੀਅਰ ਹੋਇਆ। ਇੱਥੇ ਮੇਨ ਰੋਲ ਕਿਸ ਦਾ, ਬੈਟਰੀ ਦਾ। ਦੇਖੋ ਹੁਣ ਇੱਥੇ ਅਗਰ ਆਪਾਂ ਗੱਲ ਕਰੀਏ ਤਾਂ ਇਹ ਨੈਗੇਟਿਵ ਚਾਰਜ ਹੈ, ਇਹਦੇ ਵਿੱਚ ਕੀ ਹੈ, ਪੋਜ਼ਿਟਿਵ ਚਾਰਜ ਹੈ। ਇਹ ਆਪਸ ਦੇ ਵਿੱਚ ਇੱਕ ਦੂਜੇ ਨੂੰ ਅਟਰੈਕਸ਼ਨ ਕਰਨਗੇ। ਤਾਂ ਜਿਹੜੇ ਅਗਰ ਆਪਾਂ P ਹੋਲਸ, ਇਹ ਵਾਲੇ ਹੋਲਸ ਇੱਥੇ ਕਿਉਂ ਆਉਣਗੇ, ਕਿਉਂਕਿ ਇੱਥੇ ਓਪੋਜ਼ਿਟ ਚਾਰਜ ਕੀ ਹੈ, ਪ੍ਰੈਜ਼ੈਂਟ ਹੈ। ਇਹਨਾਂ ਦੇ ਵਿੱਚ ਕੀ ਹੋਊਗਾ, ਇੱਕ ਅਗਰ ਆਪਾਂ ਗੱਲ ਕਰੀਏ
ਇਲੈਕਟ੍ਰੋਨ ਮੂਵ ਕਰੂਗਾ ਟਵਾਰਡ ਪੋਜ਼ਿਟਿਵ ਚਾਰਜ ਤਾਂ ਮੂਵ ਕਰੂਗਾ ਟਰਮੀਨਲ ਬੈਟਰੀ ਤੇ ਅਗਰ ਉੱਥੇ ਜਿਹੜੇ ਹੋਲਸ ਮੂਵਸ ਕਰਨਗੇ ਕਲੈਕਟਰ ਰੀਜਨ ਮੀਨਸ ਜਿਹੜਾ ਇਲੈਕਟ੍ਰੋਨ ਹੈ ਜਦੋਂ ਕੋਵਲੈਂਟ ਬੌਂਡ ਟੁੱਟ ਜਾਂਦੇ ਆ ਉਹ ਕਿੱਥੇ ਮੂਵ ਕਰੂਗਾ ਫਿਰ ਪੋਜ਼ਿਟਿਵ ਟਰਮੀਨਲ ਤੱਕ ਕੀ ਹੈ ਮੂਵ ਕਰੂਗਾ। ਕਲੀਅਰ। ਨੈਕਸਟ ਆਪਾਂ ਗੱਲ ਕਰਦੇ ਹਾਂ ਨੈਕਸਟ ਦੀ ਐਕਸ਼ਨ ਆਫ NPN ਦੀ। ਦੇਖੋ ਸੇਮ ਹੋ ਜਾਏਗਾ ਬਸ ਜੋ ਮੇਨ ਪੁਆਇੰਟ ਲਰਨ ਕਰਨ ਵਾਲਾ ਹੈ ਐਨ ਦੇ ਵਿੱਚ ਇਲੈਕਟ੍ਰੋਨ ਜ਼ਿਆਦਾ ਪ੍ਰੈਜ਼ੈਂਟ ਹੋਣਗੇ ਪੀ ਦੇ ਵਿੱਚ ਹੋਲ ਐਨ ਦੇ ਵਿੱਚ ਫਿਰ ਇਲੈਕਟ੍ਰੋਨ ਇਹ ਸੇਮ ਹੋ ਜਾਏਗਾ। ਕਲੈਕਟਰ ਬੇਸ ਇਸ ਦੇ ਵਿੱਚ ਰਿਵਰਸ ਬਾਇਸ ਹੋ ਜਾਊਗਾ ਕਿਉਂਕਿ ਦੇਖੋ ਪੋਜ਼ਿਟਿਵ ਨਾਲ ਜੁੜਿਆ ਹੋਇਆ। ਅਮੀਟਰ ਬੇਸ ਕੀ ਹੋ ਜਾਊਗਾ ਫੋਰਵਰਡ ਬਾਇਸਡ ਹੋ ਜਾਊਗਾ ਇਸ ਦੇ ਵਿੱਚ। ਕਲੀਅਰ ਸੇਮ ਹੈ ਬਸ ਦੇਖੋ ਜਦੋਂ ਦੋਨੇ ਚੀਜ਼ਾਂ ਹੀ ਸੇਮ ਹੈ। ਨੈਕਸਟ ਆਪਾਂ ਗੱਲ ਕਰਦੇ ਹਾਂ ਟਰਾਂਜ਼ਿਸਟਰ ਕਰੈਕਟਰਿਸਟਿਕਸ ਕਰਵਸ। ਦੇਖੋ ਇਸ ਦੇ ਵਿੱਚ ਅਗਰ ਆਪਾਂ ਗੱਲ ਕਰੀਏ ਤਾਂ ਟਰਾਂਜ਼ਿਸਟਰ ਕਰੈਕਟਰਿਸਟਿਕਸ ਕਰਵਸ ਕੀ ਹੁੰਦੀਆਂ ਜਿਹੜਾ ਗ੍ਰਾਫ ਵੋਲਟੇਜ ਤੇ ਕਰੰਟ ਦੇ ਵਿਚਕਾਰ ਬਣਦਾ ਇਸ ਦੇ ਵਿੱਚ ਜਿਹੜਾ ਕਾਮਨ ਬੇਸ ਹੈ ਮੀਨਸ ਇਹ ਸਟੈਟਿਕ ਕਰੈਕਟਰਿਸਟਿਕਸ ਹੈ ਇਹ ਓਪਨ ਹੋਊਗੀ ਅੰਡਰ ਅਗਰ ਆਪਾਂ ਗੱਲ ਕਰੀਏ DC ਵੋਲਟੇਜ ਡਾਇਰੈਕਟ ਕਰੰਟ ਵੋਲਟੇਜ ਦੀ ਅਗਰ ਆਪਾਂ ਗੱਲ ਕਰੀਏ ਇਹਦੇ ਵਿੱਚ ਕੀ ਹੋਊਗਾ ਓਪਨ ਹੋਊਗੀ। ਨੈਕਸਟ ਅਗਰ ਆਪਾਂ ਗੱਲ ਕਰੀਏ ਇਨਪੁਟ ਕਰੈਕਟਰਿਸਟਿਕਸ ਦੀ ਇਹਦੇ ਵਿੱਚ ਜੇ ਇੱਕ ਤਾਂ ਵੋਲਟੇਜ ਅਮੀਟਰ ਹੋਏਗਾ ਤੇ ਕਰੰਟ ਅਮੀਟਰ ਹੋਊਗਾ ਮਤਲਬ ਵੋਲਟੇਜ ਅਮੀਟਰ ਤੇ ਕਰੰਟ ਅਮੀਟਰ ਹੋਏਗਾ ਅਮੀਟਰ ਬੇਸ ਹੋਏਗਾ ਇਸ ਦੇ ਵਿੱਚ ਜੋ ਗ੍ਰਾਫ ਬਣੇਗਾ ਉਹ ਕਰੰਟ ਅਮੀਟਰ ਤੇ ਵੋਲਟੇਜ ਅਮੀਟਰ ਬੇਸ ਦੇ ਵਿਚਕਾਰ ਬਣੇਗਾ ਜੋ ਕੀ ਕਰ ਰਿਹਾ ਦੇਖੋ ਇਨਕਰੀਜ਼ ਕਰ ਰਿਹਾ। ਅਗਰ ਆਪਾਂ ਧਿਆਨ ਨਾਲ ਦੇਖੀਏ ਅਗਰ ਆਪਾਂ ਕਰੰਟ ਨੂੰ ਜ਼ੀਰੋ ਕਰ ਦਿੰਨੇ ਆ ਤਾਂ ਜੋ EB ਜੰਕਸ਼ਨ ਹੈ ਉਹ ਕੀ ਬਣ ਜਾਊਗਾ ਰਿਵਰਸ ਬਾਇਸ ਬਣ ਜਾਊਗਾ। ਠੀਕ ਹੈ ਜੀ। ਜੇ ਮੈਂ ਵੋਲਟੇਜ ਨੂੰ ਕਲੈਕਟਰ ਬੇਸ ਦੀ ਵੋਲਟੇਜ ਨੂੰ ਇਨਕਰੀਜ਼ ਕਰਦੀ ਹਾਂ ਤਾਂ ਜ਼ਿਆਦਾ ਤੋਂ ਜ਼ਿਆਦਾ ਹੋਲਸ ਕੀ ਹੋ ਜਾਣਗੇ ਅਟੈਚਡ ਹੋ ਜਾਣਗੇ ਕਿਹਦੇ ਨਾਲ ਅਟੈਚ ਹੋਣਗੇ ਕਲੈਕਟਰ ਦੇ ਨਾਲ ਜਿਹਦੇ ਨਾਲ ਕੀ ਹੈ ਕਰੰਟ ਅਮੀਟਰ ਦਾ ਵੀ ਕੀ ਹੋ ਜਾਊਗਾ ਇਨਕਰੀਜ਼ ਹੋ ਜਾਊਗਾ ਮਤਲਬ ਵੋਲਟੇਜ ਵਧਾਉਣ ਦੇ ਨਾਲ ਕਰੰਟ ਕੀ ਹੋ ਰਿਹਾ ਇਨਕਰੀਜ਼ ਤੁਸੀਂ ਗ੍ਰਾਫ ਚੈੱਕ ਕਰ ਸਕਦੇ ਹੋ। ਕਲੀਅਰ। ਨੈਕਸਟ ਅਗਰ ਆਪਾਂ ਗੱਲ ਕਰਾਂ ਅਗਰ ਮੈਂ ਵੋਲਟੇਜ ਇਨਕਰੀਜ਼ ਕਰਦਾ ਅਮੀਟਰ ਬੇਸ ਦੀ ਤਾਂ ਕਰੰਟ ਅਮੀਟਰ ਦਾ ਕੀ ਹੋ ਜਾਂਦਾ ਇਨਕਰੀਜ਼ ਹੋ ਜਾਂਦਾ। ਦੇਖੋ ਇਨਪੁਟ ਰੈਜ਼ਿਸਟੈਂਸ RI ਆਪਣੇ ਕੋਲ ਕੀ ਹੁੰਦਾ ਵੋਲਟੇਜ ਆਫ ਅਮੀਟਰ ਬੇਸ ਅਪੋਨ ਕਰੰਟ ਆਫ ਅਮੀਟਰ ਇਹਦਾ ਮਤਲਬ ਵੋਲਟੇਜ ਕੀ ਹੋ ਜੂਗੀ ਕੌਨਸਟੈਂਟ ਹੋ ਜੂਗੀ ਜਦੋਂ ਆਪਾਂ ਵੋਲਟੇਜ ਅਮੀਟਰ ਬੇਸ ਨੂੰ ਵੀ ਇਨਕਰੀਜ਼ ਕਰ ਦਈਏ ਤੇ ਕਰੰਟ ਵੀ ਅਮੀਟਰ ਦਾ ਕੀ ਕਰ ਦਈਏ ਇਨਕਰੀਜ਼ ਕਰ ਦਈਏ ਤਾਂ ਆਊਟਪੁੱਟ ਕੀ ਬਣੀ ਆਪਣੇ ਕੋਲ ਜੋ ਅਗਰ ਆਪਾਂ ਗੱਲ ਕਰੀਏ ਗ੍ਰਾਫ ਕੀ ਬਣੂਗਾ ਅਗਰ ਆਪਾਂ ਕਲੈਕਟਰ ਬੇਸ ਲਈਏ ਇੱਥੇ ਤੱਕ ਆਪਣਾ ਅਮੀਟਰ ਵਾਲਾ ਖਤਮ ਹੋ ਗਿਆ। ਹੁਣ ਅਗਰ ਆਪਾਂ ਗ੍ਰਾਫ ਲਈਏ ਵੋ ਕਰੰਟ ਕਲੈਕਟਰ ਕਰੰਟ ਤੇ ਆਪਣੇ ਕੋਲ ਜੋ ਵੋਲਟੇਜ ਹੈ ਕਲੈਕਟਰ ਬੇਸ ਦੀ ਤਾਂ ਆਪਣੇ ਕੋਲ ਗ੍ਰਾਫ ਕਿੱਦਾਂ ਬਣੇਗਾ ਐਟ ਕੌਨਸਟੈਂਟ ਕਰੰਟ ਅਮੀਟਰ ਵਾਲੇ ਕਰੰਟ ਨੂੰ ਕੌਨਸਟੈਂਟ ਰੱਖਦੇ ਹੋਏ ਤਾਂ ਇਹਦੇ ਵਿੱਚ ਕਲੈਕਟਰ ਜੰਕਸ਼ਨ ਕੀ ਹੋਏਗਾ ਰਿਵਰਸ ਬਾਇਸ ਹੋਏਗਾ ਅਮੀਟਰ ਜੰਕਸ਼ਨ ਫਾਰਵਰਡ ਬਾਇਸ ਹੋਏਗਾ ਜੋ ਕਰੰਟ ਹੋਏਗਾ ਅਮੀਟਰ ਤੇ ਕਲੈਕਟਰ ਦਾ ਉਹ ਅਪਰੋਕਸੀਮੇਟਲੀ ਕੀ ਹੋ ਜਾਏਗਾ ਇਕੁਅਲ ਹੋ ਜਾਏਗਾ। ਦੇਖੋ ਆ ਐਕਟਿਵ ਰੀਜਨ ਹੈ ਸਾਰਾ ਕੱਟ ਆਫ ਰੀਜਨ ਹੈ ਇਹ ਸੈਚੂਰੇਟਡ ਰੀਜਨ ਹੈ ਮਤਲਬ ਇਹ ਵੈਲਿਊਜ਼ ਲਿਖੀਆਂ ਹੋਈਆਂ ਆਲਮੋਸਟ ਦੇਖੋ ਜੋ ਲਾਈਨਸ ਹੈ ਮੈਂ ਇਰੇਜ਼ ਕਰਦੀ ਹਾਂ ਆਲਮੋਸਟ ਜੋ ਲਾਈਨਸ ਜਾ ਰਹੀਆਂ ਨੇ ਉਹ ਕੀ ਜਾ ਰਹੀਆਂ ਨੇ ਪੈਰਲਲ ਜਾ ਰਹੀਆਂ ਨੇ ਇਹ ਸਾਰੀਆਂ ਪੈਰਲਲ ਲਾਈਨਸ ਕੀ ਹੈ ਡਰਾ ਹੋ ਜਾਣਗੇ ਕਿਸ ਦੇ ਵਿਚਕਾਰ ਜਦੋਂ ਗ੍ਰਾਫ ਬਣੂਗਾ ਜਦੋਂ ਕਲੈਕਟਰ ਕਰੰਟ ਤੇ ਵੋਲਟੇਜ ਕਲੈਕਟਰ ਬੇਸ ਦੇ ਵਿਚਕਾਰ ਗ੍ਰਾਫ ਬਣੂਗਾ। ਠੀਕ ਹੈ ਜੀ ਇਹਦਾ ਮਤਲਬ ਕੀ ਹੈ ਆਪਣੇ ਕੋਲ ਕਰੰਟ ਕੀ ਹੋ ਰਿਹਾ ਇਨਕਰੀਜ਼ ਹੋ ਰਿਹਾ। ਨੈਕਸਟ ਆਪਾਂ ਗੱਲ ਕਰਾਂਗੇ ਨੈਕਸਟ ਟੌਪਿਕ ਦੀ ਸੈਚੂਰੇਟਡ ਰੀਜਨ ਦੇਖਦੇ ਹਾਂ। ਦੇਖੋ ਸੈਚੂਰੇਟਡ ਰੀਜਨ ਕੀ ਹੁੰਦਾ ਬੋਥ ਅਮੀਟਰ ਤੇ ਕਲੈਕਟਰ ਜੋ ਆਪਾਂ ਨੇ ਹੁਣੇ ਗ੍ਰਾਫ ਦੇਖਿਆ ਮੈਂ ਇੱਥੇ ਡਰਾ ਕਰ ਦਿੰਦੀ ਹਾਂ ਸੋ ਦੈਟ ਤੁਹਾਨੂੰ ਕਨਫਿਊਜ਼ਨ ਨਾ ਹੋਵੇ ਇੱਦਾਂ ਸੀਗਾ ਆਪਣਾ ਗ੍ਰਾਫ ਇਸ ਤਰ੍ਹਾਂ ਨਾਲ ਇਨਕਰੀਜ਼ ਹੋ ਰਿਹਾ ਸੀ ਪੈਰਲਰ ਸੀ ਇਹ ਲਾਈਨਸ। ਠੀਕ ਹੈ ਥੋੜਾ ਕੋਸ਼ਿਸ਼ ਕਰਿਓ ਸਮਝਣ ਦੀ ਇਸ ਤਰ੍ਹਾਂ ਨਾਲ ਠੀਕ ਹੈ ਗ੍ਰਾਫ ਸੀਗਾ ਆਪਣੇ ਕੋਲ ਅਗਰ ਆਪਾਂ ਗੱਲ ਕਰੀਏ ਹਾਂਜੀ ਸੈਚੂਰੇਟਡ ਰੀਜਨ ਕਿਹੜੇ ਵਾਲਾ ਆਪਣੇ ਕੋਲ ਆ ਵਾਲਾ ਇਹ ਸਾਰਾ ਸੈਚੂਰੇਟਡ ਰੀਜਨ ਹੈ ਇਹਦੇ ਵਿੱਚ ਬੋਥ ਅਮੀਟਰ ਤੇ ਕਲੈਕਟਰ ਜੰਕਸ਼ਨ ਕੀ ਨੇ ਫੋਰਵਰਡ ਬਾਇਸ ਕੀ ਨੇ ਆਪਣੇ ਕੋਲ ਫੋਰਵਰਡ ਬਾਇਸ ਨੇ ਜਿਹੜੀ ਵੋਲਟੇਜ ਹੋਊਗੀ ਕਲੈਕਟਰ ਬੇਸ ਦੀ ਉਹ ਜ਼ੀਰੋ ਹੋ ਜਾਏਗੀ ਕਿੱਥੇ ਲੈਫਟ ਸਾਈਡ ਤੇ ਵੈਨ ਕਲੈਕਟਰ ਫੋਰਵਰਡ ਜਦੋਂ ਕਲੈਕਟਰ ਫੋਰਵਰਡ ਬਾਇਸਡ ਹੋਏਗਾ ਤਾਂ ਜੋ ਹੋਲ ਦੇ ਕਰੰਟ ਨੇ ਉਹ ਫਲੋ ਕਰਨਗੇ P to N ਮੀਨਸ P ਤੋਂ N P ਪੋਜ਼ਿਟਿਵ ਜੰਕਸ਼ਨ ਟੂ ਨੈਗੇਟਿਵ ਜੰਕਸ਼ਨ ਵੱਲ ਕੀ ਕਰਨਗੇ ਫਲੋ ਕਰਨਗੇ ਜਿਹਦੇ ਨਾਲ ਕਲੈਕਟਰ ਕਰੰਟ ਕੀ ਹੋ ਜਾਏਗਾ ਇਨਕਰੀਜ਼ ਹੋ ਰਿਹਾ ਆਪਣੇ ਕੋਲ ਰੈਪਿਡਲੀ। ਕਲੀਅਰ। ਨੈਕਸਟ ਆਪਾਂ ਗੱਲ ਕਰਾਂਗੇ ਕੱਟ ਆਫ ਰੀਜਨ ਦੀ ਕੱਟ ਆਫ ਰੀਜਨ ਕੀ ਹੋ ਜਾਂਦਾ ਹੈ ਜੋ ਨੀਚੇ ਵਾਲਾ ਰੀਜਨ ਹੈ ਇਸ ਨੂੰ ਕੱਟ ਆਫ ਰੀਜਨ ਬੋਲਦੇ ਆ। ਕੱਟ ਆਫ ਰੀਜਨ ਦੀ ਅਗਰ ਆਪਾਂ ਗੱਲ ਕਰੀਏ ਤਾਂ ਬੋਥ
ਅਮੀਟਰ ਤੇ ਕਲੈਕਟਰ ਜੰਕਸ਼ਨ ਕੀ ਹੋਣਗੇ ਰਿਵਰਸ ਬਾਇਸ। ਇਹ ਤੁਸੀਂ ਡਾਇਰੈਕਟ ਲਰਨ ਕਰ ਸਕਦੇ ਹੋ। ਅਗਰ ਕਰੰਟ ਨੂੰ ਮੈਂ 0 ਕਰ ਦਿੰਦੀ ਹਾਂ ਤਾਂ ਟਰਾਂਜ਼ਿਸਟਰ ਦਾ ਕੀ ਹੈ ਆਪਾਂ ਨੂੰ ਮਤਲਬ ਔਨ ਆਫ ਕਰਨ ਦੀ ਜ਼ਰੂਰਤ ਨਹੀਂ ਪਏਗੀ। ਉਹ ਰੀਜ਼ਨ ਆ ਜਾਂਦਾ ਜਦੋਂ ਟਰਾਂਜ਼ਿਸਟਰ ਕੀ ਹੈ ਸਵਿਚਿੰਗ ਸਰਕਿਟ ਬਣ ਜਾਏਗਾ। ਅਗਰ ਮੈਂ ਨੈਕਸਟ ਅਗਰ ਗੱਲ ਕਰਾਂ, ਅਗਰ ਮੈਂ ਰੈਜ਼ਿਸਟੈਂਸ ਆਊਟਪੁੱਟ ਦੀ ਗੱਲ ਕਰੀਏ ਆਪਾਂ, ਤਾਂ ਉਹ ਕਿਹਦੇ ਇਕੁਅਲ ਹੁੰਦੀ ਹੈ ਚੇਂਜ ਆਫ ਵੋਲਟੇਜ ਕਲੈਕਟਰ ਬੇਸ ਦੀ ਅਪੋਨ ਕਰੰਟ ਆਫ ਕਲੈਕਟਰ। ਨੈਕਸਟ ਆਪਾਂ ਗੱਲ ਕਰਾਂਗੇ ਕਾਮਨ ਅਮੀਟਰ ਦੀ। ਦੇਖੋ ਕਾਮਨ ਅਮੀਟਰ ਕੀ ਹੈ, ਜਦੋਂ ਹੁਣ ਆਪਾਂ ਅਮੀਟਰ ਨੂੰ ਕਾਮਨ ਲੈ ਕੇ ਚੱਲਾਂਗੇ। ਪਹਿਲਾਂ ਆਪਾਂ ਗੱਲ ਕੀਤੀ ਹੈ ਸਾਰੀ ਕਾਮਨ ਬੇਸ ਦੀ, ਜਦੋਂ ਆਪਾਂ ਨੇ ਬੇਸ ਕਾਮਨ ਲਿਆ ਸੀ। ਹੁਣ ਆਪਾਂ ਗੱਲ ਕਰਾਂਗੇ ਜਦੋਂ ਆਪਾਂ ਅਮੀਟਰ ਕਾਮਨ ਲਿਆ। ਜਦੋਂ ਅਮੀਟਰ ਕਾਮਨ ਲਿਆ ਤਾਂ ਇਨਪੁਟ ਕੀ ਹੋ ਜਾਏਗਾ ਅਮੀਟਰ ਬੇਸ, ਆਊਟਪੁੱਟ ਕੀ ਹੋ ਜਾਏਗਾ ਆਪਣੇ ਕੋਲ ਕਲੈਕਟਰ ਬੇਸ। ਅਮੀਟਰ ਬੇਸ ਕੀ ਹੋ ਜਾਏਗਾ, ਅਮੀਟਰ ਬੇਸ ਇਨਪੁੱਟ ਬਣ ਜਾਏਗਾ ਤੇ ਕਲੈਕਟਰ ਬੇਸ ਕੀ ਬਣ ਜੂ ਆਊਟਪੁੱਟ ਬਣ ਜੂ। ਇਸ ਮੋਡ ਦੇ ਵਿੱਚ ਜੋ ਬੇਸ ਆਫ ਕਰੰਟ ਹੈ ਉਹ ਬਹੁਤ ਜ਼ਿਆਦਾ ਕੀ ਹੋ ਜਾਊਗਾ ਸਮੋਲ, ਮੀਨਸ ਕਿੰਨਾ ਹੋ ਜੂ ਮਾਈਕਰੋ ਐਂਪੀਅਰ। ਜੋ ਆਪਣੇ ਕੋਲ ਪਿੱਛੇ ਸੀ ਨਾ ਮੀਨਸ ਕਾਮਨ ਬੇਸ ਦੇ ਵਿੱਚ, ਉਸ ਦੇ ਵਿੱਚ ਅਗਰ ਮੈਂ ਗੱਲ ਕਰਾਂ ਉਸ ਦੇ ਵਿੱਚ ਜੋ ਅਮਾਊਂਟ ਆਫ ਕਰੰਟ ਹੈ ਉਹ ਕਿਸ 'ਚ ਹੋਊਗੀ ਮਿਲੀ ਐਮੀਟਰ ਦੇ ਵਿੱਚ ਹੋਏਗੀ। ਇਹ ਧਿਆਨ ਰੱਖਣਾ ਹੈ, ਠੀਕ ਹੈ ਜੀ। ਇਸ ਦੇ ਵਿੱਚ ਕਿਸ ਦੇ ਵਿੱਚ ਹੈ ਮਾਈਕਰੋ ਐਂਪੀਅਰ ਦੇ ਵਿੱਚ ਹੈ। ਨੈਕਸਟ ਆਪਾਂ ਗੱਲ ਕਰਾਂਗੇ ਇਨਪੁੱਟ ਸਰਕਿਟ ਦੀ, ਇਨਪੁੱਟ ਕਰੈਕਟਰਿਸਟਿਕਸ ਦੀ। ਇਨਪੁੱਟ ਕਰੈਕਟਰਿਸਟਿਕ ਦੇ ਵਿੱਚ ਕੀ ਹੈ ਦੇਖੋ, ਜੋ ਵੋਲਟੇਜ ਹੋਏਗੀ ਬੇਸ ਅਮੀਟਰ ਦੀ ਤੇ ਕਰੰਟ ਹੋਏਗਾ ਬੇਸ ਦਾ ਉਹ ਕੌਨਸਟੈਂਟ ਹੋਏਗੇ। ਕਦੋਂ, ਜਦੋਂ VCE ਮਤਲਬ ਵੋਲਟੇਜ ਆਫ ਕਲੈਕਟਰ ਅਮੀਟਰ ਦੀ। ਆ ਗ੍ਰਾਫ ਬਣਿਆ ਹੋਇਆ, ਠੀਕ ਹੈ ਜੀ। ਆ ਦੇਖ ਸਕਦੇ ਹੋ ਤੁਸੀਂ ਗ੍ਰਾਫ। ਆਪਣੇ ਕੋਲ ਜਦੋਂ IB ਦੀ ਵੈਲਿਊ ਆਪਾਂ ਇਨਕਰੀਜ਼ ਕਰਾਂਗੇ ਤਾਂ ਆਪਣੇ ਕੋਲ ਵੋਲਟੇਜ ਵੀ ਕੀ ਹੋ ਜਾਏਗੀ ਇਨਕਰੀਜ਼ ਹੋ ਜਾਏਗੀ। IB ਇਨਕਰੀਜ਼ ਹੋਏਗੀ ਤਾਂ ਜੋ ਵੋਲਟੇਜ ਹੋਏਗੀ BE ਦੀ ਤੇ CB ਦੀ ਅਪਰੋਕਸੀਮੇਟਲੀ ਇਕੁਅਲ ਹੋ ਜਾਣਗੇ। ਨੈਕਸਟ ਆਪਣੇ ਕੋਲ ਰੈਜ਼ਿਸਟੈਂਸ ਹੈ, ਉਹ ਆਪਣੇ ਕੋਲ ਇਨਪੁੱਟ ਦੀ ਕਿੰਨਾ ਚੇਂਜ ਆਫ ਵੋਲਟੇਜ BE ਬਾਏ ਕਰੰਟ ਦੇ, ਠੀਕ ਹੈ ਜੀ। ਰੈਜ਼ਿਸਟੈਂਸ ਵੋਲਟੇਜ ਬਾਏ ਕਰੰਟ ਹੀ ਹੁੰਦਾ ਨਾ ਓਮਸ ਲਾ ਦੇ ਅਕੋਰਡਿੰਗ। ਓਮ ਲਾ ਕੀ ਕਹਿੰਦਾ ਆਪਣੇ ਕੋਲ V ਇਜ਼ ਇਕੁਅਲ ਟੂ IR, ਤਾਂ R ਕਿਹਦੇ ਇਕੁਅਲ ਹੋ ਜਾਂਦਾ V ਬਾਈ I। ਬਸ ਇਹ ਤੇ ਫਰਕ ਹੀ ਆਪਾਂ ਵੋਲਟੇਜ ਕਦੀ ਕੋਈ ਹੋਰ ਲੈ ਲਿਆ ਤੇ ਅਮੀਟਰ ਕਰੰਟ ਕੋਈ ਹੋਰ ਲੈ ਰਿਹਾ, ਬਸ ਇਸ ਬੇਸਿਸ ਤੇ ਬਾਕੀ ਸਾਰਾ ਓਮਸ ਲਾ ਹੈ। ਨੈਕਸਟ ਆਪਣੇ ਕੋਲ ਕੀ ਹੈ ਆਊਟਪੁੱਟ ਕਰੈਕਟਰਿਸਟਿਕਸ। ਇਸ ਦੇ ਵਿੱਚ ਜੋ ਗ੍ਰਾਫ ਬਣ ਰਿਹਾ ਇਹਦੇ ਵਿੱਚ ਅਗਰ ਆਪਾਂ ਗੱਲ ਕਰੀਏ ਇਹਦੇ ਵਿੱਚ ਵੋਲਟੇਜ ਕਾਮਨ ਕਲੈਕਟਰ ਦੀ ਤੇ ਅਗਰ ਆਪਾਂ ਗੱਲ ਕਰੀਏ ਕਰੰਟ ਕਲੈਕਟਰ ਦਾ ਕੌਨਸਟੈਂਟ ਹੋਏਗਾ। ਅਗਰ ਆਪਾਂ ਗੱਲ ਐਟ ਕੌਨਸਟੈਂਟ ਕਰੰਟ ਦੇ, ਅਮੀਟਰ ਜੰਕਸ਼ਨ ਕੀ ਹੋਏਗਾ ਫੋਰਵਰਡ ਬਾਇਸ ਤੇ ਕਲੈਕਟਰ ਜੰਕਸ਼ਨ ਰਿਵਰਸ ਬਾਇਸ ਹੋਏਗਾ। ਇਹਦੇ ਨਾਲ ਜੋ ਟਰਾਂਜ਼ਿਸਟਰ ਹੈ ਇੱਕ ਐਂਪਲੀਫਾਈਂਗ ਡਿਵਾਈਸ ਦਾ ਕੰਮ ਕਰੇਗਾ, ਮੀਨਸ ਇਨਪੁੱਟ ਸਿਗਨਲ ਨੂੰ ਕੀ ਕਰੇਗਾ ਰਿਸਪੌਂਸ ਕਰੇਗਾ। ਜੋ ਕੱਟ ਆਫ ਹੋਏਗੀ ਉਹ ਰਿਵਰਸ ਬਾਇਸ ਹੋਏਗੀ। ਸੈਚੂਰੇਟਡ ਰੀਜਨ ਵੀ ਕੀ, ਸੈਚੂਰੇਟਡ ਰੀਜਨ ਦੋਨਾਂ ਦਾ ਕੀ ਹੋਏਗਾ ਫੋਰਵਰਡ ਬਾਇਸ ਹੋਏਗਾ। ਮਤਲਬ ਉੱਪਰਲੇ ਦੋਨੋਂ ਕਾਮਨ ਅਮੀਟਰ ਦੀ ਗੱਲ ਕਰ ਰਹੇ ਹਾਂ ਤੇ ਕਾਮਨ ਕਲੈਕਟਰ ਦੀ ਗੱਲ ਕਰ ਰਹੇ ਹਾਂ, ਠੀਕ ਹੈ ਜੀ। ਨੈਕਸਟ ਆਪਾਂ ਗੱਲ ਕਰਾਂਗੇ ਕਰੰਟ ਗੇਨ ਦੀ। ਦੇਖੋ ਹਾਂਜੀ, ਕਰੰਟ ਗੇਨ ਕਿਵੇਂ ਪਤਾ ਲੱਗਦਾ, ਜਿਹੜਾ ਆਊਟਪੁੱਟ ਕਰੰਟ ਸੀ ਅਪੋਨ ਇਨਪੁੱਟ ਕਰੰਟ ਸੀ। ਫੋਰਵਰਡ ਕਰੰਟ ਕੀ ਹੁੰਦਾ ਟਰਾਂਸਫਰ ਹੁੰਦਾ ਜਦੋਂ ਆਪਣੇ ਕੋਲ ਕੀ ਹੈ ਰੇਸ਼ੋ ਕਾਮਨ ਬੇਸ ਦੀ ਕਿਹਦੇ ਇਕੁਅਲ ਹੋਗੀ, ਮਤਲਬ ਕਰੰਟ ਆਫ ਕਲੈਕਟਰ ਅਪਰੋਕਸੀਮੇਟਲੀ ਕਿਹਦੇ ਇਕੁਅਲ ਹੋਗਾ ਕਰੰਟ ਆਫ ਬੇਸ ਦੇ। ਇਟ ਬੀਇੰਗ ਮਤਲਬ ਜਿਹੜਾ ਕਰੰਟ IB ਹੈ ਬੇਸ ਦਾ ਕਰੰਟ ਹੈ ਉਹ ਕੀ ਹੋ ਜਾਏਗਾ ਆਪਣੇ ਕੋਲ ਸਮੋਲ ਹੋ ਜਾਏਗਾ ਤੇ ਇਹ ਦੋਨੋਂ ਅਪਰੋਕਸੀਮੇਟਲੀ ਇਕੁਅਲ ਹੋ ਜਾਣਗੇ। ਅਗਰ ਆਪਾਂ ਗੱਲ ਕਰਾਂਗੇ DC ਕਰੰਟ ਗੇਨ ਦੀ, ਆ ਇੰਪੋਰਟੈਂਟ ਹੈ, ਤਾਂ ਅਲਫਾ DC ਕਿਸ ਦੇ ਇਕੁਅਲ ਆ ਜਾਊਗਾ ਕਰੰਟ ਆਫ ਕਲੈਕਟਰ ਅਪੋਨ ਕਰੰਟ ਆਫ ਅਮੀਟਰ ਦੇ। ਅਗਰ AC ਦੀ ਗੱਲ ਕਰ ਰਹੇ ਹਾਂ ਤਾਂ ਚੇਂਜ ਆਫ ਕਰੰਟ ਆਫ ਕਲੈਕਟਰ ਅਪੋਨ ਚੇਂਜ ਆਫ ਕਰੰਟ ਆਫ ਅਮੀਟਰ ਐਟ ਕੌਨਸਟੈਂਟ ਵੋਲਟੇਜ CB, ਠੀਕ ਹੈ ਜੀ। ਨੈਕਸਟ ਆਪਾਂ ਗੱਲ ਕਰਾਂਗੇ ਕਰੰਟ CBO ਦੀ, ਮਤਲਬ ਕਰੰਟ ਕਾਮਨ। ਨੈਕਸਟ ਆਪਾਂ ਗੱਲ ਕਰਾਂਗੇ ਇਹਦੇ ਵਿੱਚ ਆਪਾਂ ਗੱਲ ਕਰਾਂਗੇ ਬੇਸ ਦੀ, ਜੋ ਕਰੰਟ ਹੈ ਕਾਮਨ ਬੇਸ ਦੀ। ਦੇਖੋ ਇਹਦੇ ਵਿੱਚ CB ਕੌਨਫੀਗਰੇਸ਼ਨ ਦੇ ਅਕੋਰਡਿੰਗ ਜਿਹੜਾ ਕਲੈਕਟਰ ਬੇਸ ਹੈ, ਸੌਰੀ ਕਲੈਕਟਰ ਬੇਸ ਦੀ ਤਾਂ ਜੰਕਸ਼ਨ ਰਿਵਰਸ ਬਾਇਸ ਹੋਏਗਾ। ਕੁਝ ਲੀਕੇਜ ਕਰਕੇ ਜੋ ਕਰੰਟ ਫਲੋ ਹੈ ਉਹ ਮਿਨੋਰਿਟੀ ਕੈਰੀਅਰਸ ਕਰਕੇ ਹੋਏਗਾ। ਤਾਂ ਟੋਟਲ ਕਲੈਕਟਰ ਕਰੰਟ ਕਿਸ ਦੇ ਕਰਕੇ ਹੁੰਦਾ ਅਮੀਟਰ ਕਰੰਟ ਪਲੱਸ ਲੀਕੇਜ ਕਰੰਟ। ਅਮੀਟਰ ਕਰੰਟ ਆਪਣੇ ਕੋਲ ਕਿੰਨਾ ਸੀਗਾ ਅਲਫਾ IE ਤੇ ਆਪਣੇ ਕੋਲ ਲੀਕੇਜ ਕਰੰਟ ਕਿੰਨਾ ਆਪਣੇ ਕੋਲ I ਲੀਕੇਜ ਲਿਖਤਾ ਕਰੰਟ ਲੀਕੇਜ। ਅਲਫਾ ਦੇਖੋ ਹੁਣ ਅਲਫਾ ਦੀ ਵੈਲਿਊ ਕਿਸ ਦੇ ਇਕੁਅਲ ਹੁੰਦੀ ਆਪਾਂ ਨੂੰ ਪਤਾ ਹੈ ਕਲੈਕਟਰ ਕਰੰਟ ਅਪੋਨ ਅਮੀਟਰ ਕਰੰਟ, ਠੀਕ ਹੈ ਜੀ। ਇੱਥੋਂ IC ਦੀ ਵੈਲਿਊ ਨਿਕਲ ਸਕਦੀ ਹੈ, ਇਹਦੇ ਵਿੱਚ ਆਪਾਂ ਕੀ ਕਰ ਸਕਦੇ ਹਾਂ ਪੁੱਟ ਕਰ ਸਕਦੇ ਹਾਂ ਅਲਫਾ IE ਦੇ ਵਿੱਚ ਕੀ ਹੈ ਵੈਲਿਊ ਪੁੱਟ ਕਰਕੇ ਕੀ ਲਿਖ ਦਾਂਗੇ IC।
अगर मैं अमीटर करंट ਨੂੰ 0 ਕਰ ਦਿੰਨੀ ਆ ਤਾਂ ਜੋ ਅਮੀਟਰ ਸਰਕਟ ਹੈ ਉਹ ਕੀ ਹੋ ਜੂ ਓਪਨ, ਮਤਲਬ ਉਹਦੇ ਵਿੱਚੋਂ ਵੀ ਲੀਕੇਜ ਹੋਈ ਜਾਊਗੀ ਤਾਂ ਕਰੰਟ ਕੀ ਕਰੀ ਚੱਲੂਗਾ, ਫਲੋ ਕਰੀ ਚੱਲੂ। ਕਿਸ ਦੇ ਕਰਕੇ? ਮਿਨੋਰਿਟੀ ਕੈਰੀਅਰਸ ਕਰਕੇ, ਜੋ ਮਿਨੋਰਿਟੀ ਚਾਰਜ ਕੈਰੀਅਰ ਪ੍ਰੈਜ਼ੈਂਟ ਨੇ। ਨੈਕਸਟ ਆਪਣੇ ਕੋਲ ਕੀ ਹੈ ICBO, ਕਲੈਕਟਰ ਬੇਸ, ਠੀਕ ਹੈ। ਇਹਦੇ ਵਿੱਚ ਜੋ ਕਰੰਟ ਹੋਊਗਾ ਵਿਦ ਅਮੀਟਰ ਓਪਨ ਕਰਕੇ ਹੋਊਗਾ। ਅਗਰ ਕਰੰਟ 0 ਕਰਦੇ ਆ ਤਾਂ ਜੋ ਕਲੈਕਟਰ ਕਰੰਟ ਹੈ ਉਹ ਨੋਟ ਇਕੁਅਲ ਟੂ 0 ਹੋ ਜੂ। ਇਹ ਵੀ ਬਿਕੋਜ਼ ਆਫ ਮਿਨੋਰਿਟੀ ਕਰਕੇ ਹੋ ਰਿਹਾ ਇਹ ਸਾਰਾ ਕੁਝ, ਠੀਕ ਹੈ ਜੀ। ਨੈਕਸਟ ਆਪਾਂ ਗੱਲ ਕਰਾਂਗੇ, ਆਈ ਹੋਪ ਤੁਹਾਨੂੰ ਸਮਝ ਆ ਰਿਹਾ। ਐਕਚੁਅਲੀ ਥੋੜੇ ਜਿਹੇ ਨਾ ਇਹ ਮਤਲਬ ਡਾਇਰੈਕਟ ਲਰਨ ਕਰਨ ਵਾਲੇ ਹੈ ਤਾਂ ਇਸ ਲਈ ਤੁਹਾਨੂੰ ਸਿੱਧਾ ਲਰਨ ਕਰਨੇ ਪੈ ਜਾਣਗੇ। ਨੈਕਸਟ ਦੇਖਦੇ ਹਾਂ, ਇਹ ਟੌਪਿਕ ਅੱਜ ਆਪਾਂ ਇੰਨਾ ਹੀ ਕਰਾਂਗੇ ਸੋ ਦੈਟ ਤੁਹਾਡੇ ਕਲੀਅਰ ਹੋ ਜੇ ਕੰਸੈਪਟ। ਨੈਕਸਟ ਹੈ ਦੇਖੋ ਆਪਣੇ ਕੋਲ ਫੋਰਵਰਡ ਕਰੰਟ ਟਰਾਂਸਫਰ ਰੇਸ਼ੋ CE ਦੀ, ਕਲੈਕਟਰ ਅਮੀਟਰ ਦੀ। ਦੇਖੋ ਜੋ ਬੀਟਾ DC ਹੈ ਉਹ ਕਿਹਦੇ ਬਰਾਬਰ ਹੈ IC/IB। ਦੇਖੋ IB ਕੀ ਆਪਣੇ ਕਰੰਟ ਆਫ ਬੇਸ, ਇਹ ਲਾਈਟਲੀ ਡੋਪਡ ਹੁੰਦਾ, ਮੈਂ ਤੁਹਾਨੂੰ ਸਟਾਰਟਿੰਗ ਦੇ ਵਿੱਚ ਹੀ ਦੱਸਿਆ ਸੀ। ਜਿਹਦੇ ਨਾਲ ਜੋ ਕਰੰਟ ਫਲੋ ਕਰੇਗਾ ਲਾਈਟਲੀ ਡੋਪਡ ਹੈ ਤਾਂ ਸਮੋਲ ਕਰੰਟ ਫਲੋ ਕਰੇਗਾ, ਸਮੋਲ ਕਰੰਟ ਫਲੋ ਕਰੇਗਾ। ਇਸ ਦਾ ਮਤਲਬ ਕੀ ਹੈ ਜੋ ਕਰੰਟ ਗੇਨ ਹੈ ਉਹ ਜ਼ਿਆਦਾ ਹੋ ਜਾਊਗਾ, ਬਹੁਤ ਜ਼ਿਆਦਾ ਹੋ ਜਾਊਗਾ। ਜਿਹਦੇ ਕਰਕੇ ਕੀ ਹੋ ਜਾਊਗਾ, ਅਗਰ ਆਪਣੇ ਕੋਲ ਉੱਪਰ ਵਾਲਾ ਡਾਇਰੈਕਟਲੀ ਪ੍ਰਪੋਰਸ਼ਨਲ ਵਾਲਾ ਜ਼ਿਆਦਾ ਹੈ ਤਾਂ ਆਪਣੇ ਕੋਲ DC ਵੀ ਕੀ ਹੋ ਜਾਊਗਾ ਜ਼ਿਆਦਾ। ਇਹਦਾ ਮਤਲਬ ਮੈਕਸਿਮਮ ਕਰੰਟ ਕੀ ਕਰ ਰਿਹਾ ਆਪਣੇ ਕੋਲ ਫਲੋ ਕਰ ਰਿਹਾ, ਠੀਕ ਹੈ ਜੀ। ਨੈਕਸਟ ਆਪਣੇ ਕੋਲ ਕੀ ਹੈ ਦੇਖੋ, ਨੈਕਸਟ ਆਪਣੇ ਕੋਲ ਬੀਟਾ AC ਦੀ ਵੈਲਿਊ ਹੈ, ਇਹ DC ਦੀ ਸੀ। ਨੈਕਸਟ AC ਹੈ, AC ਦੇ ਵਿੱਚ ਕੀ ਹੈ ਐਟ ਕੌਨਸਟੈਂਟ ਵੋਲਟੇਜ ਜੋ ਕਰੰਟ ਹੈ ਕਲੈਕਟਰ ਅਪੋਨ ਕਰੰਟ ਆਫ ਬੇਸ ਚੇਂਜ ਇਨ, ਤਾਂ ਕਲੈਕਟਰ ਕਰੰਟ 95 to 99.5% ਅਗਰ ਆਪਾਂ ਗੱਲ ਕਰੀਏ ਅਮੀਟਰ ਕਰੰਟ ਦੀ, ਇਹ ਕਿਸ ਤੇ ਡਿਪੈਂਡ ਕਰਦਾ ਬੇਸ ਤੇ। ਅਮੀਟਰ ਕਿਸ ਤੇ ਡਿਪੈਂਡ ਕਰਦਾ, ਜੋ ਮੀਟਰ ਦਾ ਕਰੰਟ ਹੈ ਉਹ ਬੇਸ ਤੇ ਡਿਪੈਂਡ ਕਰਦਾ। ਜ਼ਿਆਦਾ ਤੋਂ ਜ਼ਿਆਦਾ ਮੋਰ ਦੈਨ 20 ਵੋਲਟੇਜ ਤਾਂ ਹੁੰਦਾ ਹੀ ਹੁੰਦਾ ਬੀਟਾ ਦਾ। ਅਲਫਾ ਕੀ ਹੁੰਦੀ ਹੈ ਹਮੇਸ਼ਾ ਲੈਸ ਦੈਨ ਹੁੰਦੀ ਹੈ ਯੂਨਿਟੀ ਦੀ, ਤਾਂ ਅਲਫਾ ਤੇ ਬੀਟਾ ਦੇ ਵਿੱਚ ਰਿਲੇਸ਼ਨ ਹੈ, ਇਹ ਇੰਪੋਰਟੈਂਟ ਹੈ। ਅਲਫਾ ਤੇ ਬੀਟਾ ਦੀ ਗੱਲ ਕਰੀਏ ਦੇਖੋ ਅਮੀਟਰ ਕਰੰਟ ਕਿਹਦੇ ਬਰਾਬਰ ਹੁੰਦਾ, ਅਗਰ ਮੈਂ ਇਹ ਤੋਂ ਇੱਧਰ ਡਰਾਈਵ ਕਰ ਦਿੰਦੀ ਹਾਂ, ਦੇਖੋ ਅਮੀਟਰ ਕਰੰਟ ਕਿਸ ਦੇ ਇਕੁਅਲ ਹੁੰਦਾ, ਕਰੰਟ ਆਫ ਬੇਸ ਪਲਸ ਕਰੰਟ ਆਫ ਕਲੈਕਟਰ। ਕਲੀਅਰ। ਦੇਖੋ ਅਗਰ ਆਪਾਂ ਚੇਂਜ ਕਰ ਦਈਏ, ਚੇਂਜ ਇਨ ਅਮੀਟਰ ਕਰੰਟ, ਇਸ ਦਾ ਮਤਲਬ ਚੇਂਜ ਇਨ ਬੇਸ ਕਰੰਟ ਪਲਸ ਚੇਂਜ ਇਨ ਕਲੈਕਟਰ ਕਰੰਟ, ਕਰ ਸਕਦੇ ਹਾਂ ਚੇਂਜ। ਇਹਨਾਂ ਨੂੰ ਆਪਸ ਦੇ ਵਿੱਚ ਕੀ ਹੈ ਡਿਵਾਈਡ ਕਰ ਸਕਦੇ ਹਾਂ ਕਿਸ ਦੇ ਨਾਲ, ਚੇਂਜ ਇਨ ਕਲੈਕਟਰ ਕਰੰਟ ਦੇ ਨਾਲ। ਤਾਂ ਕੀ ਬਣ ਜਾਏਗਾ ਕਰਲ IE ਕਰਲ IC ਬਣ ਜੇ ਡੈਲ IC ਸੋਰੀ is equal to del IB plus del change in IC plus 1, ਕਿਉਂਕਿ ਇਹਦੇ ਨਾਲ ਹੀ ਡਿਵਾਈਡ ਕੀਤਾ ਆਪਾਂ। ਹੁਣ ਆਪਣੇ ਕੋਲ ਇਸ ਦੀ ਵੈਲਿਊ ਕਿੰਨੀ ਹੁੰਦੀ ਹੈ, ਇਹ ਆਪਣੇ ਕੋਲ ਕੀ ਹੈ ਰੈਸੀਪ੍ਰੋਕਲ ਨਹੀਂ ਹੈ ਅਲਫਾ ਦਾ, ਤਾਂ ਇਸ ਨੂੰ ਮੈਂ 1/α ਲਿਖ ਸਕਦੀ ਹਾਂ। ਇਜ਼ ਇਕੁਅਲ ਟੂ ਇਹ ਆਪਣੇ ਕੋਲ ਕੀ ਹੈ ਰੈਸੀਪ੍ਰੋਕਲ ਆਫ ਬੀਟਾ ਦਾ, ਤਾਂ 1/β ਲਿਖ ਸਕਦੇ ਆ ਪਲੱਸ 1, ਇਹ ਬਣ ਜਾਊਗਾ ਤੁਹਾਡੇ ਕੋਲ ਇਕੁਏਸ਼ਨ। ਤਾਂ ਇਸ ਦੇ ਨਾਲ ਆਪਣੇ ਕੋਲ ਅਲਫਾ ਦੀ ਵੈਲਿਊ, ਅਗਰ ਮੈਂ ਅਲਫਾ ਨੂੰ ਚੇਂਜ ਕਰਦਾ ਕੀ ਬਣ ਜਾਊਗਾ बीटा अपॉन बीटा प्लस 1, क्योंकि मैंने इत्थे की कर लिया एलसीएम ले लिया, तो एक स्टैप मैं लिख दिनी हाँ। जो मैं बीटा का एलसीएम लिया उपर की बन जू बीटा प्लस 1, इसनों जो मैं अल्फा करूँगी तो यह टर्म की हो जूगी रिवर्स हो जूगी, चेंज हो जूगी। अल्फा की वैल्यू आ गई तो सिमिलरली तुम बीटा की लिख सकते हो, की बनेगी अल्फा अपॉन अल्फा माइनस 1। तो अगर अल्फा 1 ਨੂੰ ਟੈਂਡ ਕਰਦਾ ਹੈ ਤਾਂ ਇਸ ਦਾ ਮਤਲਬ ਕੀ ਹੋਇਆ ਬੀਟਾ ਦੀ ਵੈਲਿਊ ਕੀ ਆ ਜੂਗੀ ਆਪਣੇ ਕੋਲ ਇਨਫਿਨਿਟੀ, ਕਿਉਂਕਿ ਨੀਚੇ ਹੀ ਬਣ ਜੂ 1 - 1 ਉਹ 0 ਹੁੰਦਾ 1/0 ਇਨਫਿਨਿਟੀ ਬਣ ਜੇਗੀ। ਤਾਂ ਟਰਾਂਜ਼ਿਸਟਰ ਜੋ ਕਨੈਕਟ ਹੁੰਦਾ ਹੈ ਕਲੈਕਟਰ ਅਮੀਟਰ ਦੇ ਵਿੱਚ, ਉਹਦਾ ਜੋ ਮੋਡ ਹੈ ਉਹਦਾ ਜੋ ਮੀਡੀਅਮ ਹੈ ਇਨਪੁਟ ਰੈਜ਼ਿਸਟੈਂਸ ਹੋਏਗੀ ਤੇ ਐਂਡ ਮੀਡੀਅਮ ਕੀ ਹੋਊਗੀ ਆਊਟਪੁੱਟ ਰੈਜ਼ਿਸਟੈਂਸ, ਮੀਨਸ ਇਨਪੁਟ ਰੈਜ਼ਿਸਟੈਂਸ ਬਾਈ ਆਊਟਪੁੱਟ ਰੈਜ਼ਿਸਟੈਂਸ ਮੋਡਰੇਟ ਵੈਲਿਊਜ਼ ਹੋਣਗੀਆਂ ਕਿਸ ਦੀਆਂ ਕਲੈਕਟਰ ਅਮੀਟਰ ਦੀਆਂ। ਠੀਕ ਹੈ ਜੀ, ਆਈ ਹੋਪ ਤੁਹਾਨੂੰ ਅੱਜ ਦਾ ਟੌਪਿਕ ਕਲੀਅਰ ਹੋ ਚੁੱਕਿਆ। ਆ ਦੇਖੋ ਟਰਾਂਜ਼ਿਸਟਰ ਜੋ CE ਮੋਡ ਦੇ ਵਿੱਚ ਹੋਏਗਾ ਕਨੈਕਟ ਹੋਏਗਾ ਉਹਦੀ ਮੀਡੀਅਮ ਇਨਪੁਟ ਰੈਜ਼ਿਸਟੈਂਟ ਹੋਏਗੀ ਐਂਡ ਮੀਡੀਅਮ ਆਊਟਪੁੱਟ ਰੈਜ਼ਿਸਟੈਂਸ ਹੋਏਗੀ। ਕਲੀਅਰ। ਆ ਅਲਫਾ ਬੀਟਾ ਦੀ ਵੈਲਿਊਜ਼ ਨੇ ਜੋ ਆਈ ਥਿੰਕ ਡਰਾਈਵ ਕੀਤੀਆਂ ਹੋਈਆਂ। ਅਗਰ ਤੁਹਾਨੂੰ ਅੱਜ ਦੇ ਕੋਈ ਟੌਪਿਕ ਦੇ ਵਿੱਚ ਡਾਊਟ ਹੋਇਆ ਤਾਂ ਤੁਸੀਂ ਕਮੈਂਟ ਕਰਕੇ ਪੁੱਛ ਸਕਦੇ ਹੋ, ਫੀਡਬੈਕ ਦੇਣੀ ਨਾ ਭੁੱਲਿਓ। ਅਗਰ ਤੁਹਾਨੂੰ ਕੋਈ ਟੌਪਿਕ ਦੇ ਵਿੱਚ ਡਾਊਟ ਹੁੰਦਾ ਤਾਂ ਜ਼ਰੂਰ ਦੱਸਿਓ। ਵੀਡੀਓ ਨੂੰ ਲਾਈਕ ਕਰਿਓ, ਕਮੈਂਟ ਕਰਿਓ, ਲਾਈਕ ਕਰਿਓ, ਚੈਨਲ ਨੂੰ ਸਬਸਕ੍ਰਾਈਬ ਕਰਿਓ। ਅਗਰ ਚੈਨਲ 'ਤੇ ਨਿਊ ਹੋ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲਿਓ। ਥੈਂਕ ਯੂ ਸੋ ਮਚ।